ਭਾਵੇਂ ਕਿ ਮੋਦੀ ਸਰਕਾਰ ਦੇ ਕੁਝ ਬੁਲਾਰੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਉਹਨਾਂ ਨੂੰ ਬਹੁਤੀ ਪਰਵਾਹ ਨਹੀਂ ਹੈ, ਪਰ ਕਿਸਾਨਾਂ ਦੇ ਸੰਘਰਸ਼ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਅੰਦਰ ਵੀ ਵਿਚਾਰਾਂ ਦਾ ਟਕਰਾਅ ਪੈਦਾ ਹੋ ਚੁੱਕਾ ਹੈ। ਡੈਂਡੀ ਪਿੱਛੇ ਜਿਹੇ ਇਹਨਾਂ ਵਿੱਚੋਂ ਕੁਝ ਮਜ਼ਬੂਤੀ ਨਾਲ ਆਪਣੀ ਗੱਲ ਰੱਖ ਰਹੇ ਹਨ। ਡੈਂਡੀ ਪਰ ਪ੍ਰਧਾਨ ਮੰਤਰੀ ਦੇ ਰੁੱਖ ਰੁਝਾਨ ਨੇ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਜਿਸ ਨਾਲ ਕੇਂਦਰ ਦੀ ਸਰਕਾਰ ਤੇ ਕਿਸਾਨ ਸਿੱਧੇ ਟਕਰਾਅ 'ਚ ਆਏ ਬੈਠੇ ਹਨ। ਡੈਂਡੀ ਜਦੋਂ ਕੋਈ 10 ਮਹੀਨੇ ਪਹਿਲਾਂ ਆਰਡੀਨੈਂਸ ਲਿਆਂਦੇ ਗਏ ਸਨ ਜੋ ਬਾਅਦ 'ਚ ਖੇਤੀ ਕਾਨੂੰਨ ਬਣਾਏ ਗਏ, ਕਿਸਾਨ ਉਦੋਂ ਹੀ ਇਹਨਾਂ ਖਿਲਾਫ ਡਟ ਗਏ ਸਨ। ਡੈਂਡੀ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠਿਆਂ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਡੈਂਡੀ ਕਿਸਾਨਾਂ ਤੇ ਸਰਕਾਰ ਦੀ ਗੱਲ ਟੁੱਟੀ ਨੂੰ ਵੀ 2 ਮਹੀਨੇ ਹੋਣ ਵਾਲੇ ਹਨ। ਡੈਂਡੀ ਕੇਂਦਰ ਤੇ ਕਿਸਾਨਾਂ ਦੇ ਚੱਲ ਰਹੇ ਵਰਤਮਾਨ ਟਕਰਾਅ ਲਈ ਪੂਰੇ ਤਰ੍ਹਾਂ ਮੋਦੀ ਸਰਕਾਰ ਜ਼ਿੰਮੇਵਾਰ ਹੈ। ਡੈਂਡੀ ਇਸ ਨੂੰ ਸਮਝਣ ਲਈ ਸਿਰਫ ਇਹ ਹੀ ਯਾਦ ਕਰਨ ਦੀ ਲੋੜ ਹੈ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਕਿਸ ਤਰ੍ਹਾਂ ਬਣਾਏ ਗਏ ਤੇ ਲਾਗੂ ਕੀਤੇ ਗਏ ਹਨ। ਡੈਂਡੀ ਕੋਵਿਡ-19 ਮਹਾਮਾਰੀ ਦੇ ਸਿਖਰ ਸਮੇਂ ਇਹਨਾਂ ਨੂੰ ਆਰਡੀਨੈਂਸਾਂ ਰਾਹੀਂ ਲਿਆਂਦਾ ਗਿਆ। ਡੈਂਡੀ ਜਿਸ ਲਈ ਜੋ ਕਾਹਲ ਕੀਤੀ ਗਈ ਉਸ ਦਾ ਸਰਕਾਰ ਕੋਈ ਸਪਸ਼ਟੀਕਰਨ ਨਹੀਂ ਦੇ ਸਕਦੀ। ਡੈਂਡੀ ਸੰਸਦ ਵਿੱਚ ਇਹ ਤਮਾਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਾਸ ਕੀਤੇ ਗਏ। ਡੈਂਡੀ ਇਹਨਾਂ ਨੂੰ ਰਾਜ ਸਭਾ 'ਚ ਪਾਸ ਕਰਾਉਂਦੇ ਹੋਏ ਮਾਈਕ ਤੱਕ ਬੰਦ ਕਰ ਦਿੱਤੇ ਗਏ ਸਨ ਤੇ ਹਰ ਹੀਲੇ ਵੋਟਾਂ ਪਾਉਣ ਤੋਂ ਰੋਕਿਆ ਗਿਆ। ਡੈਂਡੀ ਇਸ ਨਿਰੇ ਧੱਕੇ ਦੇ ਬਾਵਜੂਦ ਕਿਸਾਨਾਂ ਨੇ ਗੱਲਬਾਤ ਦਾ ਰਾਹ ਫੜੀ ਰੱਖਿਆ। ਡੈਂਡੀ ਹਰੇਕ ਦੌਰ ਦੀ ਗੱਲਬਾਤ ਦੌਰਾਨ ਕਿਸਾਨ ਸਰਕਾਰ ਨੂੰ ਸਪਸ਼ਟ ਕਰਦੇ ਰਹੇ ਕਿ ਇਹ ਤਿੰਨੋਂ ਖੇਤੀ ਕਾਨੂੰਨ ਕਿਵੇਂ ਕਿਸਾਨਾਂ ਦੇ ਵਿਰੁੱਧ ਹਨ। ਡੈਂਡੀ ਇੱਥੇ ਵੀ ਸਰਕਾਰ ਨੇ ਦੋਗਲਾ ਰੁਖ ਅਪਣਾਈ ਰੱਖਿਆ। ਡੈਂਡੀ ਸਰਕਾਰ ਪ੍ਰਚਾਰ ਇਹ ਕਰਦੀ ਰਹੀ ਕਿ ਉਸ ਨੇ ਕਿਸਾਨਾਂ ਦੇ ਭਲੇ ਲਈ ਇਹ ਕਾਨੂੰਨ ਬਣਾਏ ਹਨ, ਜਦੋਂ ਕਿ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਾਨੂੰਨਾਂ ਵਿੱਚ ਸੋਧਾਂ ਕਰਨੀਆਂ ਵੀ ਪ੍ਰਵਾਨ ਕਰਦੀ ਰਹੀ। ਡੈਂਡੀ ਅੰਤ ਨੂੰ ਸਰਕਾਰ ਨੇ ਇਹਨਾਂ ਨੂੰ 1.5 ਸਾਲ ਤੱਕ ਮੁਲਤਵੀ ਕਰਨ ਦੀ ਤਜਵੀਜ਼ ਵੀ ਦਿੱਤੀ, ਪਰ ਕਿਸਾਨ ਇਹ ਤਜਵੀਜ਼ ਵਿਚਾਰ ਵਟਾਂਦਰੇ ਦੇ ਬਾਅਦ ਵੀ ਪ੍ਰਵਾਨ ਨਹੀਂ ਕਰ ਸਕੇ। ਡੈਂਡੀ ਉਹ ਜਾਣਦੇ ਹਨ ਕਿ ਇਹ ਤਿੰਨੋਂ ਖੇਤੀ ਕਾਨੂੰਨ ਅਮਲ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਜ਼ਮੀਨ ਖੁੱਸਣ ਦਾ ਅਮਲ ਵੀ ਆਰੰਭ ਹੋ ਸਕਦਾ ਹੈ। ਡੈਂਡੀ ਪਰ ਕਾਰਪੋਰੇਟ ਪ੍ਰਸਤ ਮੋਦੀ ਸਰਕਾਰ ਆਪਣੇ ਹੀ ਦੇਸ਼ ਦੇ ਕਿਸਾਨਾਂ ਦੀ ਗੱਲ ਮੰਨਣ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਬੈਠੀ ਹੈ। ਡੈਂਡੀ ਇਸੇ ਕਾਰਨ ਕਿਸਾਨ ਅੰਦੋਲਨ ਵੀ ਦੂਸਰੇ ਰੂਪ ਅਖਤਿਆਰ ਕਰਦਾ ਹੋਇਆ ਰਾਜਾਂ ਵਿੱਚ ਫੈਲਣ ਲੱਗਾ ਹੈ। ਡੈਂਡੀ ਹਰਿਆਣਾ ਇਸ ਦੀ ਪ੍ਰਤੱਖ ਮਿਸਾਲ ਹੈ ਕਿ ਕਿਸਾਨਾਂ ਦਾ ਵਿਰੋਧ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਕਿਵੇਂ ਮਹਿੰਗਾ ਪੈ ਰਿਹਾ ਹੈ। ਡੈਂਡੀ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਆਗੂ ਜਾਂ ਮੰਤਰੀ ਹਰਿਆਣਾ ਵਿੱਚ ਇੱਕ ਵੀ ਜਨਤਕ ਸਭਾ
ਕਰਨ ਦਾ ਹੌਸਲਾ ਨਹੀਂ ਰੱਖਦਾ। ਡੰਡੀ ਦੂਸਰੇ ਪਾਸੇ ਕਿਸਾਨ ਅੰਦੋਲਨ ਨੇ ਹਰਿਆਣਾ ਦੀ ਹੀ ਨਹੀਂ ਕੇਂਦਰ ਸਰਕਾਰ ਦੀ ਹੈਂਕੜਬਾਜ਼ੀ ਨੂੰ ਵੀ ਸੱਟ ਮਾਰੀ ਹੈ। ਡੰਡੀ ਅੱਜ ਇਸ ਅੰਦੋਲਨ ਤੇ ਮਜ਼ਦੂਰ ਮੁਲਾਜ਼ਮਾਂ ਦੇ ਅੰਦੋਲਨ ਅਤੇ ਪ੍ਰਦਰਸ਼ਨਾਂ ਕਾਰਨ ਨਿੱਜੀਕਰਨ ਦਾ ਸਖਤ ਵਿਰੋਧ ਹੋ ਰਿਹਾ ਹੈ, ਜੋ ਕਿ ਮੋਦੀ ਸਰਕਾਰ ਦੀ ਨੀਤੀ ਦੀ ਚੂਲ ਹੈ। ਡੰਡੀ ਇਹ ਨਿਸ਼ਚਿਤ ਹੈ ਕਿ ਜੇਕਰ ਸਰਕਾਰ ਕਿਸਾਨਾਂ ਪ੍ਰਤੀ ਰੁਖ ਨਹੀਂ ਬਦਲੇਗੀ ਅਤੇ ਟਕਰਾਅ ਖਤਮ ਕਰਨ ਦੇ ਇਰਾਦੇ ਨਾਲ ਨਵੀਆਂ ਤਜਵੀਜ਼ਾਂ ਰੱਖਦੇ ਹੋਏ ਕਿਸਾਨ ਆਗੂਆਂ ਨਾਲ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗੀ ਤਾਂ ਇਸ ਦੇ ਵਕਾਰ ਨੂੰ ਜ਼ਰੂਰ ਸੱਟ ਲੱਗੇਗੀ ਅਤੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਅੰਦਰ ਵੀ ਇਸ ਮੁੱਦੇ 'ਤੇ ਵਿਚਾਰਾਂ ਦਾ ਟਕਰਾਓ ਤਿੱਖਾ ਹੋਵੇਗਾ। ਡੰਡੀ ਸਟਾਰਟ ਇਸ ਵਕਤ ਭਾਰਤ ਦੇ 5 ਸੂਬਿਆਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਤੇ ਪੁਡੂਚੇਰੀ ਅੰਦਰ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖ ਚੁੱਕਿਆ ਹੈ। ਡੰਡੀ ਇਹਨਾਂ ਵਿੱਚੋਂ ਇੱਕ ਸੂਬਾ ਕੇਰਲ ਹੈ। ਡੰਡੀ ਕੇਰਲ ਤੋਂ ਭਾਵ ਨਾਰੀਅਲ ਹੈ। ਡੰਡੀ ਇਹ ਨਾਰੀਅਲ ਦੀ ਧਰਤੀ ਹੈ। ਡੰਡੀ ਕੇਰਲਾ ਸੂਬੇ ਨੇ ਹਮੇਸ਼ਾ ਬਹੁਤ ਸਾਰੇ ਖੇਤਰਾਂ ਵਿੱਚ ਸਿਫਤੀ ਤਬਦੀਲੀਆਂ ਰਾਹੀਂ ਅਗਾਂਹਵਧੂ ਸੋਚ ਦੀ ਅਗਵਾਈ ਕਰਦੇ ਹੋਏ ਸਮੁੱਚੇ ਭਾਰਤ ਨੂੰ ਰਾਸਤਾ ਦਿਖਾਇਆ ਹੈ। ਡੰਡੀ ਕੇਰਲ ਨੂੰ ਭਾਰਤ ਦੀ ਰਾਜਨੀਤਿਕ ਪ੍ਰਯੋਗਸ਼ਾਲਾ ਵੀ ਕਿਹਾ ਜਾਂਦਾ ਹੈ। ਇੱਥੇ ਹੀ ਆਜ਼ਾਦੀ ਤੋਂ ਬਾਅਦ 5 ਅਪ੍ਰੈਲ 1957 ਨੂੰ ਕਾਮਰੇਡ EMS ਦੀ ਅਗਵਾਈ ਹੇਠ ਪਹਿਲੀ ਕਮਿਊਨਿਸਟ ਤੇ ਪਹਿਲੀ ਗੈਰ ਕਾਂਗਰਸੀ ਸਰਕਾਰ ਹੋਂਦ ਵਿੱਚ ਆਈ। ਡੰਡੀ ਵੱਖ-ਵੱਖ ਪਾਰਟੀਆਂ ਦਾ ਗੱਠਜੋੜ ਦਾ ਸਫਲ ਤਜਰਬਾ ਵੀ ਕੇਰਲਾ ਦੀ ਧਰਤੀ 'ਤੇ ਹੀ ਕਮਿਊਨਿਸਟ ਪਾਰਟੀ ਨੇ ਕੀਤਾ। ਡੰਡੀ ਕਾਫੀ ਸਮਾਂ ਪਹਿਲਾਂ ਦੇਸ਼ ਅੰਦਰ ਅਨਪੜ੍ਹਤਾ ਦੇ ਹਨੇਰੇ ਦੌਰ ਵਿੱਚ ਕੇਰਲਾ ਦੇ ਨੌਜਵਾਨਾਂ ਨੇ ਇੱਕ ਸਾਖਰਤਾ ਮੁਹਿੰਮ ਚਲਾ ਕੇ ਸੂਬੇ ਨੂੰ 100% ਸਾਖਰ ਕਰਕੇ ਮਾਣ ਪ੍ਰਾਪਤ ਕੀਤਾ। ਡੰਡੀ ਇਸੇ ਤਰ੍ਹਾਂ ਹੀ ਪਿਛਲੇ ਸਮੇਂ ਕੇਰਲਾ ਅੰਦਰ ਆਏ ਭਿਆਨਕ ਹੜ੍ਹ ਦੌਰਾਨ ਹੋਈ ਭਾਰੀ ਬਰਬਾਦੀ ਦੀ ਸਮੱਸਿਆ ਨੂੰ ਬਹੁਤ ਤੇਜ਼ੀ ਨਾਲ ਹੱਲ ਕਰਕੇ ਕੇਰਲ ਦੀ ਕਮਿਊਨਿਸਟ ਸਰਕਾਰ ਨੇ ਮੁੜ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਹੀ ਦੁਨੀਆ ਭਰ ਵਿੱਚ ਫੈਲੀ ਭਿਆਨਕ ਕਰੋਨਾ ਮਹਾਂਮਾਰੀ ਨੇ ਵੀ ਭਾਰਤ ਅੰਦਰ ਕੇਰਲਾ ਰਾਹੀਂ ਹੀ ਦਸਤਕ ਦਿੱਤੀ ਤਾਂ ਤੁਰੰਤ ਹੀ ਆਪਣੀ ਸੂਝ-ਬੂਝ ਅਤੇ ਸੇਵਾ ਭਾਵਨਾ ਦੀ ਨੀਤੀ ਤੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਦਿਆਂ ਲੈਫਟ ਸਰਕਾਰ ਨੇ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਕੀਤੇ ਉਪਰਾਲਿਆਂ ਸਦਕਾ ਦੁਨੀਆ ਭਰ ਵਿੱਚ ਵਾਹ-ਵਾਹ ਖੱਟੀ। ਡੰਡੀ ਜਾਤੀ ਧਰਮਾਂ ਦੇ ਵਿਤਕਰੇ ਨੂੰ ਪਛਾੜਦੇ ਹੋਏ ਆਪਸੀ ਪਿਆਰ ਸਤਿਕਾਰ ਨਾਲ ਸ਼ਾਂਤੀਪੂਰਨ ਢੰਗ ਨਾਲ ਰਲ ਮਿਲ ਕੇ ਵਸਦੇ ਕੇਰਲਾ ਦੇ ਲੋਕਾਂ ਅੰਦਰ ਪੜ੍ਹਾਈ ਕਰਨ, ਚੰਗਾ ਖਾਣਾ ਅਤੇ ਅੱਗੇ ਵਧਣਾ ਹੀ ਕੇਰਲਾ ਦੀ ਖੁਸ਼ਹਾਲੀ ਅਤੇ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। ਡੰਡੀ ਜਿਵੇਂ ਕਿ ਹਾਲ ਹੀ ਵਿੱਚ ਕੇਰਲ ਦੇ ਸਕੂਲਾਂ ਵਿੱਚ 1.24 ਲੱਖ ਬੱਚਿਆਂ ਨੇ ਆਪਣੇ ਸਕੂਲ ਰਜਿਸਟ੍ਰੇਸ਼ਨ ਫਾਰਮ ਭਰਦੇ ਸਮੇਂ
ਜਾਤੀ ਤੇ ਧਰਮ ਵਾਲੇ ਕਾਲਮ ਨੂੰ ਖਾਲੀ ਛੱਡਦੇ ਹੋਏ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ। ਡੰਡੀ ਸਟਾਰਟ। ਅੱਜ ਜਦੋਂ ਭਾਰਤ ਦੀ ਰਾਜਨੀਤੀ ਵਿੱਚ ਫਿਰਕਾਪ੍ਰਸਤੀ, ਗੁੰਡਾਗਰਦੀ, ਭ੍ਰਿਸ਼ਟਾਚਾਰ ਅਤੇ ਪੂੰਜੀਵਾਦੀਆਂ ਦਾ ਦਬਦਬਾ ਵੱਧ ਰਿਹਾ ਹੈ, ਉਸ ਵਕਤ 5 ਸੂਬਿਆਂ ਵਿੱਚੋਂ ਜੋ ਕੇਰਲ ਵਿੱਚ ਵਿਧਾਨ ਸਭਾ ਦੀਆਂ ਚੋਣਾਂ 6 ਅਪ੍ਰੈਲ 2021 ਨੂੰ ਕਰਵਾਈਆਂ ਜਾ ਰਹੀਆਂ ਹਨ, ਦੌਰਾਨ ਵੀ ਕੇਰਲਾ ਨੇ ਸਾਰੇ ਦੇਸ਼ ਅਤੇ ਰਾਜਨੀਤਿਕ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਦਾ ਉਪਰਾਲਾ ਕੀਤਾ ਹੈ। ਡੰਡੀ ਇਹਨਾਂ ਚੋਣਾਂ ਵਿੱਚ LDF ਗੱਠਜੋੜ ਦੀ ਸਰਕਾਰ ਦੀ ਅਗਵਾਈ ਕਰ ਰਹੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਜੋ ਇਤਿਹਾਸ ਸਿਰਜਿਆ ਹੈ, ਉਸ ਦੀ ਮਿਸਾਲ ਕਿਸੇ ਹੋਰ ਖਿੱਤੇ ਵਿੱਚ ਨਹੀਂ ਮਿਲਦੀ। ਡੰਡੀ ਉਹਨਾਂ ਨੇ ਪਾਰਟੀ ਵੱਲੋਂ ਤਿਆਰ ਕੀਤੇ 2 ਟਰਮ ਵਾਲੇ ਫੈਸਲੇ ਨੂੰ ਲਾਗੂ ਕਰਦਿਆਂ 2 ਅਤੇ ਇਸ ਤੋਂ ਵੱਧ ਵਾਰ ਜਿੱਤੇ ਵਿਧਾਇਕਾਂ ਨੂੰ ਇਸ ਵਾਰ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਨਾ ਕਰਕੇ ਦਲੇਰਾਨਾ ਕਦਮ ਚੁੱਕਿਆ ਹੈ, ਜਿਸ ਕਾਰਨ ਪਾਰਟੀ ਦੇ ਕਈ ਵੱਡੇ ਤੇ ਨਾਮਵਰ ਆਗੂ ਇਸ ਵਾਰ ਚੋਣ ਨਹੀਂ ਲੜ ਸਕਦੇ, ਜਿਨ੍ਹਾਂ ਵਿੱਚ TM ਥਾਮਸ, AK ਬਾਲਨ ਅਤੇ ਜੀ ਸੁਧਾਕਰ ਵਰਗੇ ਨਾਮ ਸ਼ਾਮਲ ਹਨ। ਡੰਡੀ ਕੇਰਲ ਵਿੱਚ ਅਜਿਹੇ ਵੱਡੇ ਸੁਧਾਰਾਂ ਨੂੰ ਲੈ ਕੇ ਕੁਝ ਲੋਕਾਂ ਵਿੱਚ ਇਹ ਬਹਿਸ ਵੀ ਛਿੜੀ ਹੋਈ ਹੈ ਕਿ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਹਵਾ ਦੇ ਬਾਵਜੂਦ ਸੁਧਾਰਾਂ ਦੇ ਖਤਰੇ ਨਾਲ ਖੇਡ ਕੇ ਕਿਤੇ ਪਾਰਟੀ ਰਾਜਨੀਤਿਕ ਆਤਮ ਹੱਤਿਆ ਤਾਂ ਨਹੀਂ ਕਰਨ ਜਾ ਰਹੀ। ਡੰਡੀ ਪਰ ਇਸ ਸਭ ਕੁਝ ਦੇ ਚੱਲਦਿਆਂ ਹੋਇਆਂ ਵੀ ਮੁੱਖ ਮੰਤਰੀ ਕਾਮਰੇਡ ਪਿਨੇਰਾਈ ਵਿਜੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਬਜ਼ਿੱਦ ਹਨ ਕਿ ਹੁਣ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਅੱਗੇ ਲਿਆਉਣ ਦੀ ਅਹਿਮ ਲੋੜ ਹੈ। ਡੰਡੀ ਪਾਰਟੀ ਵੱਲੋਂ ਨਵੀਂ ਜਾਰੀ ਕੀਤੀ 83 ਉਮੀਦਵਾਰਾਂ ਦੀ ਸੂਚੀ ਵਿੱਚ 48 ਉਮੀਦਵਾਰ ਡਿਗਰੀ ਹੋਲਡਰ ਹਨ, ਜਿਸ ਵਿੱਚ 2 PhD, 2 MBBS, 14 ਪੋਸਟ ਗ੍ਰੈਜੂਏਟ, 22 ਲਾਅ ਡਿਗਰੀ ਹੋਲਡਰ ਦੇ ਤੌਰ 'ਤੇ ਨਵੇਂ ਚਿਹਰੇ ਉਤਾਰੇ ਗਏ ਹਨ ਅਤੇ 12 ਔਰਤਾਂ ਨੂੰ ਵੀ ਟਿਕਟ ਦੇ ਕੇ ਨਵਾਜਿਆ ਗਿਆ ਹੈ। 33 ਮੌਜੂਦਾ ਵਿਧਾਇਕਾਂ, ਜਿਨ੍ਹਾਂ ਵਿੱਚ 5 ਮੰਤਰੀ ਤੇ ਸਪੀਕਰ ਵੀ ਸ਼ਾਮਲ ਹਨ, ਰੱਖੇ ਗਏ ਹਨ। ਡੰਡੀ ਇਹਨਾਂ ਅਹਿਮ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕਾਮਰੇਡ P ਵਿਜੇ ਨੇ ਕਿਹਾ ਕਿ ਕੇਰਲ ਵਿੱਚ ਕੀਤੇ ਗਏ ਇਹ ਅਗਾਂਹਵਧੂ ਸੁਧਾਰ ਬਿਨਾਂ ਕਿਸੇ ਪੱਖਪਾਤ ਤੋਂ ਹਰੇਕ ਸਾਥੀ 'ਤੇ ਲਾਗੂ ਹੋਣਗੇ, ਜਿਸ ਤਹਿਤ ਉਹ ਖੁਦ ਵੀ ਅਗਲੀ ਵਾਰ ਚੋਣ ਨਹੀਂ ਲੜ ਸਕਦੇ। ਡੰਡੀ ਇਹ ਸੁਧਾਰ ਭਾਰਤ ਅੰਦਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਪਹਿਲੀ ਵਾਰ ਲਿਆਂਦੇ ਗਏ ਹਨ। ਡੰਡੀ ਜਿਸ ਦਾ ਸਿਹਰਾ CPI-M ਨੂੰ ਮਿਲਿਆ ਹੈ, ਸਾਨੂੰ ਇਸ 'ਤੇ ਮਾਣ ਕਰਨਾ ਚਾਹੀਦਾ ਹੈ। ਡੰਡੀ ਇਸੇ ਫੈਸਲੇ ਨੂੰ ਅੱਗੇ ਤੋਰਦੇ ਹੋਏ CPI ਦੇ ਵੀ ਕੇਰਲ ਅੰਦਰ ਗੱਠਜੋੜ ਵੱਲੋਂ ਹਿੱਸੇ ਆਈਆਂ ਕੁੱਲ 25 ਸੀਟਾਂ ਵਿੱਚੋਂ
21 ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਨਵੇਂ ਚਿਹਰੇ ਅੱਗੇ ਲਿਆਂਦੇ ਹਨ ਅਤੇ ਉਹਨਾਂ ਨੇ ਵੀ 2 ਜਾਂ ਵੱਧ ਵਾਰ ਜਿੱਤੇ ਹੋਏ ਵਿਧਾਇਕਾਂ ਨੂੰ ਉਮੀਦਵਾਰਾਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਹੈ। ਡੰਡੀ ਆਸ ਕਰਦੇ ਹਾਂ ਕਿ ਇਸ ਨੀਤੀ ਨੂੰ ਅਪਣਾਉਂਦੇ ਹੋਏ ਦੇਸ਼ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਵੀ ਸਾਫ ਸੁਥਰੀ ਤੇ ਇਮਾਨਦਾਰੀ ਦੇ ਇਸ ਕੇਰਲ ਮਾਡਲ ਨੂੰ ਪੂਰੇ ਭਾਰਤ ਅੰਦਰ ਲਾਗੂ ਕਰਨ ਦੀ ਹਿੰਮਤ ਕਰਕੇ ਦੇਸ਼ ਦੇ ਲੋਕਤੰਤਰ ਦੇ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਉਣਗੀਆਂ। ਡੰਡੀ ਸਟਾਰਟ। ਪੁਰਾਤਨ ਸਮਿਆਂ ਤੋਂ ਹੀ ਸਮਾਜ ਵਿੱਚ ਔਰਤ ਦੀ ਹਾਲਤ ਬਹੁਤ ਹੀ ਤਰਸਯੋਗ ਰਹੀ ਹੈ। ਡੰਡੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਡੰਡੀ ਔਰਤ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ ਸੀ। ਡੰਡੀ ਪੈਰ ਪੈਰ 'ਤੇ ਔਰਤ ਨਾਲ ਵਿਤਕਰਾ ਕੀਤਾ ਜਾਂਦਾ ਸੀ। ਡੰਡੀ ਪੁਰਸ਼ਾਂ ਵਾਂਗ ਖਾ ਪੀ ਪਹਿਨਣ ਨਹੀਂ ਸਕਦੀ ਸੀ। ਡੰਡੀ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਆਪਣੇ ਪਤੀ ਨਾਲ ਹੀ ਸਤੀ ਹੋਣਾ ਪੈਂਦਾ ਸੀ। ਡੰਡੀ ਲੇਕਿਨ ਔਰਤ ਦੀ ਮੌਤ ਤੋਂ ਬਾਅਦ ਉਸ ਦਾ ਪਤੀ ਵਿਆਹ ਕਰਵਾ ਸਕਦਾ ਸੀ। ਡੰਡੀ ਪੁਰਸ਼ ਕਈ ਵਿਆਹ ਕਰਵਾ ਸਕਦਾ ਸੀ। ਡੰਡੀ ਕੁਆਰੀ ਹੁੰਦੀ ਨੂੰ ਪਿਤਾ ਵਿਆਹ ਤੋਂ ਬਾਅਦ ਪਤੀ ਅਤੇ ਬੁਢਾਪੇ ਵਿੱਚ ਪੁੱਤਰਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਸੀ। ਡੰਡੀ ਬੱਚੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ। ਡੰਡੀ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਡੰਡੀ ਔਰਤ ਨੂੰ ਪਰਦੇ ਵਾਲੀ ਚੀਜ਼ ਅਤੇ ਭੋਗ ਵਿਲਾਸ ਦੀ ਚੀਜ਼ ਸਮਝਿਆ ਜਾਂਦਾ ਸੀ। ਡੰਡੀ ਤੁਲਸੀਦਾਸ ਨੇ ਤਾਂ ਔਰਤ ਨੂੰ ਢੋਲ ਗਵਾਰ ਸ਼ੂਦਰ ਔਰ ਨਾਰੀ ਸਭ ਤਾੜਨ ਕੇ ਅਧਿਕਾਰੀ ਕਿਹਾ। ਡੰਡੀ ਗਰਭ ਦੇ ਦਿਨਾਂ ਵਿੱਚ ਔਰਤ ਨੂੰ ਅਪਵਿੱਤਰ ਸਮਝਿਆ ਜਾਂਦਾ ਸੀ। ਡੰਡੀ ਔਰਤ ਨੂੰ ਸਭ ਬੁਰਾਈਆਂ ਦੀ ਜੜ ਕਿਹਾ ਗਿਆ। ਡੰਡੀ ਮੁਸਲਮਾਨ ਜਦੋਂ ਚਾਹੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਸੀ। ਡੰਡੀ ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਬਹੁਤ ਉੱਚਾ ਦਰਜਾ ਦਿੱਤਾ। ਡੰਡੀ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਉਠਾਈ। ਡੰਡੀ ਅਰਦਾਸ ਵਿੱਚ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਕਿਹਾ ਗਿਆ। ਡੰਡੀ ਮਤਲਬ ਔਰਤ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ। ਡੰਡੀ ਸਿੱਖਾਂ ਨੇ ਅਬਦਾਲੀ ਵਰਗੇ ਧਾੜਵੀਆਂ ਤੋਂ ਕਾਬਲ ਲੈ ਜਾ ਰਹੀਆਂ ਔਰਤਾਂ ਨੂੰ ਛੁਡਵਾ ਕੇ ਸਤਿਕਾਰ ਦਿੱਤਾ। ਡੰਡੀ ਲੇਕਿਨ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਔਰਤ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਡੰਡੀ ਇੱਕ ਪਾਸੇ ਤਾਂ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ, ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਡੰਡੀ ਦੂਸਰੇ ਪਾਸੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਡੰਡੀ ਹਰ ਰੋਜ਼ ਬਲਾਤਕਾਰ ਹੁੰਦੇ ਹਨ। ਡੰਡੀ ਛੋਟੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ਬੁਢਾਪੇ ਵਾਲੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਡੰਡੀ ਦਹੇਜ ਲਈ ਮਾਰ ਦਿੱਤਾ ਜਾਂਦਾ ਹੈ। ਡੰਡੀ ਕਦੇ ਸਟੋਵ ਫਟਦਾ ਹੈ, ਕਦੇ ਸਿਲੰਡਰ ਫਟਦਾ ਹੈ। ਡੰਡੀ ਨੂੰਹਾਂ ਦਾਜ ਦੀ ਬਲੀ ਚੜ੍ਹਾਈਆਂ ਜਾਂਦੀਆਂ ਹਨ। ਡੰਡੀ ਸਮਝ ਨਹੀਂ ਸਿਲੰਡਰ ਨੂੰਹਾਂ 'ਤੇ ਹੀ ਕਿਉਂ ਫਟਦੇ ਹਨ। ਡੰਡੀ ਸਿਲੰਡਰ ਬੇਟੀ ਅਤੇ ਨੂੰਹ ਵਿਚਲਾ ਫਰਕ ਸਮਝਦਾ ਹੈ। ਡੰਡੀ ਬਹੁਤ ਸਾਰੇ ਪਰਿਵਾਰਾਂ ਵਿੱਚ ਬੇਟੇ ਦਾ ਜਨਮ ਮਨਾਇਆ ਜਾਂਦਾ ਹੈ, ਲੇਕਿਨ ਬੇਟੀ ਦਾ ਨਹੀਂ। ਡੰਡੀ ਕੁੜੀਆਂ ਦਾ ਵਿਆਹ ਮੁੰਡਿਆਂ ਨਾਲ ਨਹੀਂ ਜ਼ਮੀਨਾਂ ਨਾਲ ਕੀਤਾ
ਜਾ ਰਿਹਾ ਹੈ। ਡੈਂਡੀ ਉਸ ਨੂੰ ਪਰਦੇ ਉੱਤੇ ਸ਼ੋਅ ਪੀਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਡੈਂਡੀ ਪਰਦੇ ਉੱਤੇ ਮਸ਼ਹੂਰੀਆਂ ਵਿੱਚ ਔਰਤ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਡੈਂਡੀ ਅੱਜ ਕੱਲ੍ਹ ਤਾਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਚੀਜ਼ ਸਮਝਿਆ ਜਾ ਰਿਹਾ ਹੈ। ਡੈਂਡੀ ਧੜਾ ਧੜ ਉਹਨਾਂ ਨੂੰ ਆਈਲੈਟਸ ਕਰਵਾਇਆ ਜਾ ਰਿਹਾ ਹੈ। ਡੈਂਡੀ ਲੋਕ ਆਪਣੇ ਮੁੰਡਿਆਂ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀਆਂ ਕੁੜੀਆਂ ਦੀ ਭਾਲ ਵਿੱਚ ਲੱਗੇ ਹੋਏ ਹਨ। ਡੈਂਡੀ ਇਸ ਲਾਲਚ ਵਿੱਚ ਲੋਕ ਜਾਤ ਪਾਤ ਨੂੰ ਵੀ ਭੁੱਲ ਗਏ ਹਨ। ਡੈਂਡੀ ਜਦੋਂ ਦੋ ਮਰਦ ਆਪਸ ਵਿੱਚ ਲੜਦੇ ਹੋਏ ਗਾਲਾਂ ਦਿੰਦੇ ਹਨ ਤਾਂ ਉਹ ਗਾਲਾਂ ਔਰਤਾਂ ਲਈ ਹੁੰਦੀਆਂ ਨੇ। ਡੈਂਡੀ ਜਦੋਂ ਵੱਡੀ ਉਮਰ ਦੀਆਂ ਔਰਤਾਂ ਬਹੂਆਂ ਨੂੰ ਅਸੀਸਾਂ ਦਿੰਦੀਆਂ ਹਨ ਤਾਂ ਉਹ ਅਸੀਸਾਂ ਮਰਦਾਂ ਲਈ ਹੁੰਦੀਆਂ ਨੇ। ਡੈਂਡੀ ਔਰਤ ਹਮੇਸ਼ਾ ਹੀ ਮਰਦ ਲਈ ਸੁੱਖ ਮੰਗਦੀ ਹੈ। ਡੈਂਡੀ ਕਦੇ ਆਪਣੇ ਪਿਤਾ ਦੀ ਇੱਜ਼ਤ ਦਾ ਖਿਆਲ ਰੱਖਦੀ, ਕਦੇ ਮਾਂ ਆਪਣੇ ਬੱਚਿਆਂ ਲਈ ਮਮਤਾ ਬਖੇਰਦੀ ਹੈ, ਕਦੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀ ਹੈ। ਡੈਂਡੀ ਕਦੇ ਆਪਣੇ ਵੀਰ ਦੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੈ। ਡੈਂਡੀ ਕਹਿਣ ਨੂੰ ਔਰਤਾਂ ਨੂੰ ਆਜ਼ਾਦੀ ਮਿਲ ਗਈ ਹੈ। ਡੈਂਡੀ ਚੰਦ 'ਤੇ ਪਹੁੰਚ ਗਈਆਂ। ਡੈਂਡੀ ਲੇਕਿਨ ਔਰਤ ਉਸ ਦਿਨ ਆਜ਼ਾਦ ਹੋਵੇਗੀ ਜਿਸ ਦਿਨ ਉਸ ਨਾਲ ਸਮਾਜਿਕ ਵਿਤਕਰਾ ਖਤਮ ਹੋਵੇਗਾ। ਡੈਂਡੀ ਉਸ ਦਿਨ ਔਰਤ ਆਜ਼ਾਦ ਸਮਝੀ ਜਾਵੇਗੀ ਜਦੋਂ ਰਾਤ ਨੂੰ 12 ਵਜੇ ਔਰਤ ਇਕੱਲੀ ਸੁੱਖੀ ਸਾਂਦੀ ਆਪਣੇ ਘਰ ਵਾਪਸ ਆਵੇਗੀ। ਡੈਂਡੀ ਨੂੰਹਾਂ ਅਤੇ ਧੀਆਂ ਵਿੱਚ ਫਰਕ ਮਿਟਾਉਣਾ ਪਵੇਗਾ। ਡੈਂਡੀ ਉਦੋਂ ਹੀ ਵਰਲਡ ਵੂਮੈਨ ਡੇ ਸਾਰਥਿਕ ਹੋਣਗੇ ਜਦੋਂ ਔਰਤਾਂ ਅਤੇ ਮਰਦਾਂ ਵਿਚਲਾ ਫਰਕ ਮਿਟ ਜਾਵੇਗਾ। ਡੈਂਡੀ ਬਲਾਤਕਾਰ ਰੁਕ ਜਾਣਗੇ। ਡੈਂਡੀ ਕੁੱਖਾਂ ਵਿੱਚ ਕਤਲ ਰੁਕ ਜਾਣਗੇ। ਡੈਂਡੀ ਜੇਕਰ ਕੁੜੀਆਂ ਨੂੰ ਕੁੱਖਾਂ ਵਿੱਚ ਕਤਲ ਕਰਵਾਉਂਦੇ ਰਹੇ ਤਾਂ ਨੂੰਹਾਂ ਕਿੱਥੋਂ ਆਉਣਗੀਆਂ। ਡੈਂਡੀ ਜੇਕਰ ਕੁੜੀਆਂ ਹੀ ਨਾ ਰਹੀਆਂ ਤਾਂ ਮੁੰਡੇ ਕੀ ਪਰੀ ਲੋਕ ਦੀਆਂ ਪਰੀਆਂ ਨਾਲ ਵਿਆਹ ਕਰਵਾਉਣਗੇ। ਡੈਂਡੀ ਪਹਿਰਾ ਚੀਨ ਤੋਂ ਸ਼ੁਰੂ ਹੋਈ ਮਹਾਂਮਾਰੀ ਕੋਵਿਡ-19 ਜਦੋਂ ਦੂਜੇ ਮੁਲਕਾਂ 'ਚ ਵੀ ਫੈਲਣ ਲੱਗ ਪਈ ਤਾਂ ਬਹੁਤ ਸਾਰੇ ਮੁਲਕਾਂ ਨੇ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਤਾਂ ਕਿ ਵਿਦੇਸ਼ਾਂ 'ਚ ਆਉਣ ਵਾਲੇ ਯਾਤਰੀ ਦੂਜੇ ਮੁਲਕਾਂ 'ਚ ਦਾਖਲ ਹੋ ਕੇ ਇਸ ਬਿਮਾਰੀ ਨੂੰ ਫੈਲਾ ਨਾ ਸਕਣ। ਡੈਂਡੀ ਕੋਵਿਡ-19 ਦੇ ਕੁਝ ਮਰੀਜ਼ ਭਾਰਤ ਵਿੱਚ ਮਿਲੇ ਤਾਂ ਭਾਰਤ ਸਰਕਾਰ ਵੱਲੋਂ ਮਾਰਚ ਮਹੀਨੇ 'ਚ ਦੇਸ਼ ਵਿੱਚ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਡੈਂਡੀ ਲੋਕਡਾਊਨ ਤੋਂ ਬਾਅਦ ਜਿੱਥੇ ਵਪਾਰਕ ਅਦਾਰੇ, ਸਕੂਲ, ਕਾਲਜ ਆਦਿ ਸੰਸਥਾਵਾਂ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਤਾਂ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਠੱਲ ਪਾਈ ਜਾ ਸਕੇ। ਡੈਂਡੀ ਹੁਣ ਜਦੋਂ ਭਾਰਤ ਵਿੱਚ ਮਹਾਂਮਾਰੀ ਨੂੰ ਠੱਲ ਪਾਉਣ ਲਈ ਵੈਕਸੀਨ ਵੀ ਤਿਆਰ ਕਰ ਲਈ ਗਈ ਹੈ ਜਿਸ ਦੀ ਸਫਲਤਾ ਨਾਲ ਵਰਤੋਂ ਕੀਤੀ ਜਾ ਰਹੀ ਹੈ। ਡੈਂਡੀ ਪਰ ਅਚਾਨਕ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਜੋ ਬੜੀ ਚਿੰਤਾ ਦਾ ਵਿਸ਼ਾ ਹੈ। ਡੈਂਡੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਕੋਵਿਡ-19 ਲਈ ਦਿੱਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ
ਕੀਤੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਮੂੰਹ 'ਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ। ਡੰਡੀ ਹੁਣ ਜਦੋਂ ਵਿੱਦਿਅਕ ਅਦਾਰਿਆਂ 'ਚ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਡੰਡੀ ਫਿਰ ਤੋਂ ਸਕੂਲ ਕਾਲਜ ਬੰਦ ਕਰਨ ਦੇ ਆਦੇਸ਼ ਆ ਗਏ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਡੰਡੀ ਚਿੜੀਆਂ ਦੀ ਚੀਂ ਚੀਂ ਵੀ ਅੱਜ ਕੱਲ੍ਹ ਘੱਟ ਹੀ ਸੁਣਾਈ ਦਿੰਦੀ ਹੈ। ਡੰਡੀ ਪੂਰੇ ਵਿਸ਼ਵ ਵਿੱਚ ਚਿੜੀਆਂ ਦੀਆਂ ਕੁੱਲ 43 ਪ੍ਰਜਾਤੀਆਂ ਮੰਨੀਆਂ ਗਈਆਂ ਹਨ। ਡੰਡੀ ਭਾਰਤ ਵਿੱਚ 5-6 ਪ੍ਰਜਾਤੀਆਂ ਹੀ ਪਾਈਆਂ ਜਾਂਦੀਆਂ ਹਨ। ਡੰਡੀ ਇਹਨਾਂ ਵਿੱਚ ਨਰ ਚਿੜਾ ਅਤੇ ਮਾਦਾ ਚਿੜੀ ਹੁੰਦੀ ਹੈ। ਡੰਡੀ ਇਸ ਦਾ ਭਾਰ 30 ਤੋਂ 40 ਗ੍ਰਾਮ ਹੁੰਦਾ ਹੈ। ਡੰਡੀ ਇਸ ਦੀ ਲੰਬਾਈ 12 ਤੋਂ 16 ਸੈਂਟੀਮੀਟਰ ਹੁੰਦੀ ਹੈ। ਡੰਡੀ ਚਿੜਾ ਹਲਕਾ ਭੂਰਾ ਉੱਪਰ ਤੋਂ ਤਿੱਤਰਾ ਮਿੱਤਰਾ ਅੱਖਾਂ ਦੇ ਘੇਰੇ 'ਤੇ ਥੋੜ੍ਹੀ ਜਿਹੀ ਗਰਦਨ ਕਾਲੀ, ਨੀਲੇ ਪੇਟ ਤੋਂ ਹਲਕਾ ਜਿਹਾ ਚਿੱਟਾ ਹਲਕਾ ਭੂਰਾ ਹੁੰਦਾ ਹੈ ਅਤੇ ਚਿੜੀ ਮਟਮੈਲੀ ਘਸਮੈਲੀ ਹਲਕੇ ਭੂਰੇ ਰੰਗ ਦੀ ਹੁੰਦੀ ਹੈ। ਡੰਡੀ ਇਹ ਟਿਕ ਕੇ ਇੱਕ ਥਾਂ ਨਹੀਂ ਬੈਠ ਸਕਦੀਆਂ, ਸਗੋਂ ਨੱਚਦੀਆਂ ਟੱਪਦੀਆਂ ਫੁਦਕਦੀਆਂ ਬੁੜਕਦੀਆਂ ਰਹਿੰਦੀਆਂ ਹਨ। ਡੰਡੀ ਇਹ ਖਾਣ ਲਈ 4 ਜਾਂ 5 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਲੈਂਦੀਆਂ ਹਨ। ਡੰਡੀ ਇਹਨਾਂ ਦੀ ਉਮਰ ਕੋਈ 4 ਜਾਂ 5 ਸਾਲ ਤੱਕ ਦੀ ਹੁੰਦੀ ਹੈ। ਡੰਡੀ ਇਹ ਚਿੜੀਆਂ ਕੋਈ 38 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦੀਆਂ ਹਨ, ਲੇਕਿਨ ਖਤਰੇ ਸਮੇਂ ਇਹ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੀ ਉੱਡ ਸਕਦੀਆਂ ਹਨ। ਡੰਡੀ 20 ਮਾਰਚ ਦਾ ਦਿਨ ਪੂਰੇ ਵਿਸ਼ਵ ਵਿੱਚ ਵਿਸ਼ਵ ਚਿੜੀ ਦਿਵਸ ਵਰਲਡ ਸਪੈਰੋ ਡੇ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਹੈ। ਡੰਡੀ ਪਾਰਾ ਚਿੜੀਆਂ ਆਪਣੇ ਆਲ੍ਹਣੇ ਕੰਡੇਦਾਰ ਦਰੱਖਤਾਂ, ਝਾੜੀਆਂ, ਬੂਟੀਆਂ, ਛੱਤਾਂ ਦੀਆਂ ਛਤੀਰੀਆਂ, ਬਾਲਿਆਂ ਅਤੇ ਕੰਧਾਂ ਦੀਆਂ ਮੋਰੀਆਂ ਵਿੱਚ ਬਣਾਉਣਾ ਪਸੰਦ ਕਰਦੀਆਂ ਹਨ, ਕਿਉਂਕਿ ਇਹਨਾਂ ਦੇ ਆਲ੍ਹਣਿਆਂ ਅਤੇ ਬੱਚਿਆਂ, ਬੋਟਾਂ 'ਤੇ ਸ਼ਿਕਾਰੀ ਹਮਲਾਵਰ ਪੰਛੀ ਹਮਲਾ ਕਰਦੇ ਰਹਿੰਦੇ ਹਨ। ਡੰਡੀ ਇਸ ਲਈ ਇਹ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਐਸੀਆਂ ਜਗ੍ਹਾਵਾਂ ਚੁਣਦੀਆਂ ਹਨ। ਡੰਡੀ ਜਿੱਥੇ ਸ਼ਿਕਾਰੀ ਪੰਛੀ ਹਮਲਾ ਨਾ ਕਰ ਸਕਣ। ਡੰਡੀ ਕਾਂ, ਸੱਪ, ਬਿੱਲੀ ਆਦਿ ਤੋਂ ਇਹਨਾਂ ਦੇ ਬੱਚਿਆਂ ਨੂੰ ਬਹੁਤ ਖਤਰਾ ਰਹਿੰਦਾ ਹੈ। ਡੰਡੀ ਇਹ ਆਪਣੇ ਆਲ੍ਹਣੇ ਬਣਾਉਣ ਲਈ ਘਾਹ ਫੂਸ, ਪਰਾਲੀ, ਧਾਗੇ, ਰੂੰ ਅਤੇ ਹੋਰ ਐਸੀਆਂ ਨਰਮ ਚੀਜ਼ਾਂ ਵਰਤਦੇ ਹਨ। ਡੰਡੀ ਆਲ੍ਹਣਾ ਚਿੜੀ ਨਹੀਂ ਬਣਾਉਂਦੀ, ਚਿੜਾ ਬਣਾਉਂਦਾ ਹੈ। ਡੰਡੀ ਆਲ੍ਹਣਾ ਬਣਾਉਣ ਸਮੇਂ ਨਰ ਮਾਦਾ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਡੰਡੀ ਜਦ ਕੋਈ ਚਿੜੀ ਆਕਰਸ਼ਿਤ ਹੋ ਜਾਂਦੀ ਹੈ ਤਾਂ ਇਸ ਚਿੜੀ ਨਾਲ ਜੋੜੀ ਬਣਾ ਕੇ ਦੋਵੇਂ ਉਸ ਵਿੱਚ ਰਹਿੰਦੇ ਹਨ। ਡੰਡੀ ਇਹ ਛੋਟਾ ਜਿਹਾ ਪੰਛੀ ਚੌਲਾਂ ਦੀਆਂ ਕਣੀਆਂ, ਰੋਟੀ ਦੇ ਛੋਟੇ ਛੋਟੇ ਟੁਕੜੇ, ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਮਕੌੜੇ, ਦਾਣੇ, ਬੀਜ, ਨਰਮ ਸੁੰਡੀਆਂ, ਜਾਮਣ ਅਤੇ ਹੋਰ ਨਿੱਕ ਸੁੱਕ ਖਾ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ। ਡੰਡੀ ਆਲ੍ਹਣਾ
ਬਣਾ ਕੇ ਜਦ ਨਰ ਅਤੇ ਮਾਦਾ ਇਕੱਠਾ ਰਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਦੋਨਾਂ ਦੇ ਮਿਲਾਪ ਨਾਲ ਚਿੜੀ ਆਂਡੇ ਦਿੰਦੀ ਹੈ ਡੰਡੀ। ਚਿੜੀ ਇੱਕ ਵਾਰ ਵਿੱਚ 4-5 ਆਂਡੇ ਦਿੰਦੀ ਹੈ ਡੰਡੀ। ਦੋਵੇਂ ਨਰ ਅਤੇ ਮਾਦਾ ਰਲ ਕੇ ਉਹਨਾਂ ਆਂਡਿਆਂ ਦਾ ਖਿਆਲ ਰੱਖਦੇ ਹਨ ਡੰਡੀ। ਉਸ ਤੋਂ ਅਗਲੀ ਪ੍ਰਕਿਰਿਆ ਚਿੜੀ ਲਗਾਤਾਰ ਆਂਡਿਆਂ ਉੱਪਰ ਬੈਠ ਕੇ ਪੂਰੀ ਕਰਦੀ ਹੈ ਡੰਡੀ। ਇਹਨਾਂ ਆਂਡਿਆਂ ਵਿੱਚੋਂ 14 ਤੇ 16 ਦਿਨਾਂ ਦੇ ਅੰਦਰ ਬੱਚੇ ਬੋਟ ਨਿਕਲ ਆਉਂਦੇ ਹਨ ਡੰਡੀ। ਜਦ ਲਗਾਤਾਰ ਚਿੜੀ ਦੇ ਆਪਣੇ ਆਂਡਿਆਂ ਉੱਪਰ ਬੈਠਣ ਨਾਲ ਆਂਡਿਆਂ ਵਿੱਚੋਂ ਬੱਚੇ ਨਿਕਲ ਆਉਂਦੇ ਹਨ ਤਾਂ ਉਸ ਤੋਂ ਲਗਭਗ ਕੋਈ 14 ਤੋਂ 15 ਦਿਨਾਂ ਤੱਕ ਆਪਣੇ ਬੱਚੇ ਬੋਟ ਚਿੜੀ ਆਲਣੇ ਵਿੱਚ ਹੀ ਪਾਲਦੀ ਹੈ ਡੰਡੀ। ਫਿਰ ਥੋੜ੍ਹੇ ਥੋੜ੍ਹੇ ਖੰਭ ਨਿਕਲਣ 'ਤੇ ਚਿੜੀ ਵੱਲੋਂ ਉਹਨਾਂ ਬੱਚਿਆਂ ਨੂੰ ਉੱਡਣਾ ਸਿਖਾਇਆ ਜਾਂਦਾ ਹੈ ਡੰਡੀ। ਉਹ ਬੱਚੇ ਬੋਟ ਚਿੜੀ ਦੇ ਪਿੱਛੇ ਪਿੱਛੇ ਉੱਡਦੇ ਹਨ ਡੰਡੀ। ਉਹ ਬੱਚੇ ਮੂੰਹ ਅੱਡ ਕੇ ਇਹਨਾਂ ਦੇ ਪਿੱਛੇ ਪਿੱਛੇ ਲੱਗੇ ਰਹਿੰਦੇ ਹਨ ਤੇ ਇਹ ਉਹਨਾਂ ਦੇ ਮੂੰਹ ਵਿੱਚ ਨਰਮ ਭੋਜਨ ਪਾਉਂਦੇ ਦੇਖੇ ਜਾਂਦੇ ਹਨ ਡੰਡੀ। ਸ਼ਿਕਾਰੀ ਪੰਛੀ ਹਮਲਾਵਰ ਪੰਛੀ ਉਸ ਵਕਤ ਉਹਨਾਂ ਬੱਚਿਆਂ 'ਤੇ ਹਮਲਾ ਕਰਦੇ ਰਹਿੰਦੇ ਹਨ ਤੇ ਚਿੜੀ ਦੇ ਛੋਟੇ ਜਿਹੇ ਬੱਚੇ ਕਾਬੂ ਆਉਣ 'ਤੇ ਖਾ ਜਾਂਦੇ ਹਨ ਡੰਡੀ। ਹੌਲੀ ਹੌਲੀ ਨਰ ਤੇ ਮਾਦਾ ਦੋਵੇਂ ਬਚਾਅ ਕਰਕੇ ਉਹਨਾਂ ਬੱਚਿਆਂ ਨੂੰ ਜ਼ਿੰਦਗੀ ਦੇ ਦਾਅ ਪੇਚ ਸਿਖਾਉਂਦੇ ਰਹਿੰਦੇ ਹਨ ਕਿ ਕਿਵੇਂ ਸ਼ਿਕਾਰੀ ਪੰਛੀਆਂ ਤੋਂ ਬਚਾਅ ਕਰਨਾ ਹੈ ਡੰਡੀ। ਜਲਦੀ ਹੀ ਉਹ ਬੱਚੇ ਵੱਡੇ ਹੋ ਜਾਂਦੇ ਹਨ ਡੰਡੀ। ਖੁਦ ਆਪਣੇ ਚੋਗੇ ਦਾ ਇੰਤਜ਼ਾਮ ਕਰਦੇ ਹਨ ਡੰਡੀ। ਕਿਧਰੇ ਹੋਰ ਉੱਡ ਜਾਂਦੇ ਹਨ ਪਰ ਉਹ ਚਿੜਾ ਚਿੜੀ ਉੱਥੇ ਹੀ ਉਸੇ ਆਲਣੇ ਵਿੱਚ ਰਹਿੰਦੇ ਹਨ ਤੇ ਫਿਰ ਅਗਲੇ ਸਾਲ ਮਾਰਚ ਤੋਂ ਅਗਸਤ ਮਹੀਨੇ ਤੱਕ ਆਂਡੇ ਦਿੰਦੇ ਹਨ ਡੰਡੀ। ਫਿਰ ਉਹੀ ਪ੍ਰਕਿਰਿਆ ਚੱਲਦੀ ਹੈ ਡੰਡੀ। ਇਹ ਪੰਛੀ ਇਨਸਾਨ ਦੇ ਨਾਲ ਉਸਦੇ ਵਸਦੇ ਘਰ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਡੰਡੀ। ਇਹ ਪੰਛੀ ਬੱਚਿਆਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦਾ ਸਗੋਂ ਬੱਚਿਆਂ ਦੇ ਨੇੜੇ ਰਹਿ ਕੇ ਖੁਸ਼ ਹੁੰਦਾ ਹੈ ਡੰਡੀ। ਉਹਨਾਂ ਵੱਲੋਂ ਧਰਤੀ 'ਤੇ ਡਿੱਗਿਆ ਭੋਜਨ ਖਾਂਦਾ ਹੈ ਡੰਡੀ। ਹੁਣ ਸਮਾਂ ਬਹੁਤ ਬਦਲ ਗਿਆ ਹੈ ਡੰਡੀ। ਪਿੰਡਾਂ ਵਿੱਚ ਵੀ ਕੋਠੀਆਂ ਉਸਰ ਗਈਆਂ ਹਨ ਡੰਡੀ। ਕੱਚੇ ਘਰ ਤਾਂ ਕਿਧਰੇ ਵੇਖਣ ਨੂੰ ਬਹੁਤ ਘੱਟ ਮਿਲਦੇ ਹਨ ਡੰਡੀ। ਪੁਰਾਣੇ ਸਮਿਆਂ ਵਿੱਚ ਇਹ ਚਿੜੀਆਂ ਘਰਾਂ ਦੀਆਂ ਛੱਤਾਂ ਬਾਲਿਆਂ ਛਤੀਰੀਆਂ ਰੌਸ਼ਨਦਾਨਾਂ ਅਤੇ ਖੇਤਾਂ ਵਿੱਚ ਛੋਟੇ ਦਰੱਖਤਾਂ ਮੋਟਰ ਵਾਲੇ ਕਮਰਿਆਂ ਵਿੱਚ ਖੂਹਾਂ ਵਿੱਚ ਝਾੜੀ ਨੁਮਾ ਦਰੱਖਤਾਂ ਨਹਿਰਾਂ ਸੂਏ ਦੇ ਕੰਢਿਆਂ 'ਤੇ ਉੱਗੀਆਂ ਝਾੜੀਆਂ ਵਿੱਚ ਆਪਣੇ ਆਲਣੇ ਬਣਾ ਕੇ ਰਹਿੰਦੀਆਂ ਸਨ ਡੰਡੀ। ਪੈਰਾ ਛੋਟੇ ਪੰਛੀਆਂ ਨਾਲ ਅਸੀਂ ਬਹੁਤ ਧੱਕਾ ਕਰਦੇ ਆਏ ਹਾਂ ਡੰਡੀ। ਅਸੀਂ ਧਰਤੀ ਤੋਂ ਰੁੱਖਾਂ ਦਾ ਸਫਾਇਆ ਕਰਦੇ ਚਲੇ ਗਏ ਡੰਡੀ। ਉਸ ਦੀ ਜਗ੍ਹਾ ਨਵੇਂ ਦਰੱਖਤ ਲਾਉਣਾ ਭੁੱਲ ਗਏ ਜਿਸ ਨਾਲ ਧਰਤੀ 'ਤੇ ਰੁੱਖਾਂ ਦੀ ਬਹੁਤ ਘਾਟ ਹੋ ਗਈ ਡੰਡੀ। ਭਾਰੀ ਤਾਦਾਦ ਵਿੱਚ ਰੁੱਖਾਂ ਦੇ ਕੱਟੇ ਜਾਣਾ ਇਨਸਾਨਾਂ ਦੇ ਨਾਲ ਨਾਲ ਪੰਛੀਆਂ ਨਾਲ ਵੀ ਬੇਇਨਸਾਫੀ ਹੈ ਡੰਡੀ। ਇਸ ਨਾਲ ਕਿੰਨੇ ਪੰਛੀਆਂ ਦੇ ਆਲਣੇ ਖਤਮ ਹੋਏ ਹੋਣਗੇ ਡੰਡੀ।
ਡੰਡੀ। ਇਹ ਸੋਚਣ ਦੀ ਲੋੜ ਹੈ ਡੰਡੀ। ਅੱਜ ਇਸ ਘਰੇਲੂ ਮਿੱਤਰ ਚਿੜੀ ਨੂੰ ਬਚਾਉਣ ਦੇ ਉਪਰਾਲੇ ਹੋ ਰਹੇ ਹਨ ਡੰਡੀ। 20 ਮਾਰਚ ਨੂੰ ਚਿੜੀ ਦਿਵਸ ਮਨਾ ਕੇ ਇਸ ਸੰਬੰਧੀ ਜਾਗਰੂਕਤਾ ਫੈਲਾਈ ਜਾਂਦੀ ਹੈ। ਚਿੜੀ ਨੂੰ ਬਚਾਉਣ ਦੀ ਮੁਹਿੰਮ 'ਚ ਸਾਨੂੰ ਵੀ ਵੱਧ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਅੰਮ੍ਰਿਤ ਵੇਲੇ ਇਹਨਾਂ ਨੰਨੇ ਪੰਛੀਆਂ ਦੀਆਂ ਆਵਾਜ਼ਾਂ ਸਾਡੇ ਕੰਨਾਂ 'ਚ ਪੈਂਦੀਆਂ ਰਹਿਣ ਡੰਡੀ।